मेरा नाम राजविंदर सिंह बैंस है। ਅੱਜ 28 जनवरी 2014 है। 26 ਸਾਲ ਦਾ ਸੀ ਮੈਂ। ਉਦੋਂ ਮੈਂ ਪੜ੍ਹਾਉਂਦਾ ਸੀ ਪੰਜਾਬ ਇੰਜੀਨੀਅਰਿੰਗ ਕਾਲਜ ਤੇ ਸ਼ਾਮ ਨੂੰ ਲਾਅ ਦਾ ਕੋਰਸ ਕਰ ਰਿਹਾ ਸੀ। ਜੂਨ ਵਿੱਚ ਛੁੱਟੀਆਂ ਸੀ ਸਾਡੇ ਕਾਲਜ ਦੇ ਵਿੱਚ। ਮੈਂ ਅੰਮ੍ਰਿਤਸਰ ਗਿਆ ਹੋਇਆ ਸੀ, ਆਪਣੇ ਫਾਦਰ ਇਨ ਲਾਅ ਕੋਲ ਸੀ ਮੈਂ, ਤੇ ਸਾਰੀ ਮੂਵਮੈਂਟ ਬੰਦ ਹੋ ਗਈ, ਕਰਫਿਊ ਲੱਗ ਗਿਆ। ਤੇ ਮਗਰ ਕਿਉਂਕਿ ਟੈਲੀਫੋਨ ਚੱਲਦਾ ਸੀ ਤੇ ਅੰਮ੍ਰਿਤਸਰ ਦੇ ਵਿੱਚ ਤੇ ਕੁਛ ਨਾ ਕੁਛ ਖਬਰਾਂ, ਆਈ ਵਿਟਨੈਸ ਅਕਾਊਂਟ ਉਹ ਦੱਸਦੇ ਸੀ। ਪ੍ਰੋਫੈਸਰ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਤੇ ਕੋਈ ਸਟੂਡੈਂਟ ਆ ਕੇ ਦੱਸੀ ਜਾਂਦਾ ਸੀ ਕਿ ਇੱਦਾਂ ਹੋ ਰਿਹਾ ਇੱਦਾਂ ਹੋ ਰਿਹਾ। ਬਟ ਮਗਰ ਸਾਰੇ ਸਹਿਮੇ ਹੋਏ ਸੀ ਔਰ ਵੇਟ ਹੀ ਕਰ ਰਹੇ ਸੀ ਕਿ ਜਦੋਂ ਖੁੱਲ੍ਹੇਗਾ। ਤਾਂ 3 ਦਿਨ ਬਾਅਦ ਰਾਤ ਖੁੱਲ੍ਹਿਆ ਸੀ ਕਰਫਿਊ, ਤੇ ਫਿਰ ਉਹਨਾਂ ਨੇ ਥੋੜ੍ਹੀ ਦੇਰ ਲਈ ਖੋਲ੍ਹਿਆ ਸੀ ਹਰਿਮੰਦਰ ਸਾਹਿਬ ਨੂੰ, ਤੁਸੀਂ ਦੇਖ ਸਕਦੇ ਹੋ। ਤੇ ਉਦੋਂ ਅੱਧੇ ਪੌਣੇ ਘੰਟੇ ਲਈ ਫਿਰ ਸਾਰਾ ਕਰਾਊਡ, ਸਾਰੇ ਅੰਮ੍ਰਿਤਸਰ ਦੇ ਲੋਕ ਇਕੱਠੇ ਹੋ ਗਏ ਸੀ। ਫਿਰ ਉਹਨੇ ਬੰਦ ਕਰਤਾ ਸੀ ਦੇਵਰ। ਉਸ ਵੇਲੇ ਉਦੋਂ ਉਹਨਾਂ ਮੂਵਮੈਂਟਸ 'ਚ ਮੈਂ ਵੀ ਗਿਆ ਸੀ ਉੱਥੇ। ਉਸ ਵੇਲੇ ਉਹਨਾਂ ਨੇ ਸਫਾਈ ਕਰ ਚੁੱਕੇ ਸੀ। ਸੋ ਮੇਰੇ 3 ਦਿਨ ਜਾਂ 4 ਦਿਨ ਮੇ ਨਾਟ ਬੀ ਐਕੂਰੇਟ ਕਿ ਜਦੋਂ ਖੋਲ੍ਹਿਆ ਸੀ ਤਾਂ ਉਦੋਂ ਸਫਾਈ ਕਰ ਚੁੱਕੇ ਸੀ। ਥੋੜ੍ਹੀਆਂ ਉਹਨਾਂ ਨੇ ਸਾਰੇ ਮਿਲੀਟੈਂਟਸ ਨੂੰ ਤਾਂ ਨਹੀਂ ਨਿਊਟਰਲਾਈਜ਼ ਕੀਤਾ ਸੀ, ਮਗਰ ਗਿਆਨੀ ਜੈਲ ਸਿੰਘ ਆਲਰੇਡੀ ਆ ਚੁੱਕਾ ਸੀ। ਤੇ ਉਸ ਵੇਲੇ ਅਕਾਲ ਤਖਤ ਸਾਹਿਬ ਤਾਂ ਬਿਲਕੁਲ ਜਿੱਦਾਂ ਅਸੀਂ ਫੇਮਸ ਪਿਕਚਰ ਦੇਖੀ ਹੈ, ਢੇਰੀ ਹੋ ਗਿਆ ਸੀ। ਗੋਲੀਆਂ ਦੇ ਨਿਸ਼ਾਨ ਬਹੁਤ ਜ਼ਿਆਦਾ ਸੀ ਚਾਰੋਂ ਪਾਸੇ ਦੀਵਾਰਾਂ 'ਤੇ। ਕੋਨਿਆਂ ਦੇ ਵਿੱਚ ਖੂਨ ਵੀ ਦਿਖ ਸਕਦਾ ਸੀ ਕਿ ਸੁੱਕਾ ਜੰਮਿਆ ਹੋਇਆ ਖੂਨ ਵੀ। ਜਲਦੀ ਸਫਾਈ ਕੀਤੀ ਸੀ। ਤੇ ਚਾਰੋਂ ਪਾਸੇ ਹੁਣ ਤਾਂ ਸਾਨੂੰ ਹਮੇਸ਼ਾ ਚਿੱਟਾ ਗੋਲਡਨ ਟੈਂਪਲ ਲੱਗਦਾ ਹੈ ਹਰਿਮੰਦਰ ਸਾਹਿਬ। ਉਦੋਂ ਜਿੱਦਾਂ ਧੂਏ ਨਾਲ ਕੋਈ ਚੀਜ਼ ਬੁਰੀ ਤਰ੍ਹਾਂ ਧੂਏ ਨਾਲ ਕਾਲੀ ਹੋ ਜਾਂਦੀ ਹੈ, ਤੇ ਜਗ੍ਹਾ ਉਹ ਜਿਹੇ ਨਿਸ਼ਾਨ ਸੀ ਬਹੁਤ ਜ਼ਿਆਦਾ। ਤੇ ਸਭ ਤੋਂ ਹੈਰਾਨੀ ਦੀ ਗੱਲ ਸੀ ਕਿ ਸੰਗਤ ਰੋ ਰਹੀ ਸੀ, ਸਪੈਸ਼ਲੀ ਔਰਤਾਂ ਜਿਹੜੀਆਂ ਉੱਥੇ ਆਈਆਂ ਸੀ ਤਾਂ ਬਹੁਤ ਉੱਚੀ ਤਰ੍ਹਾਂ ਵਿੱਚ। ਮੈਨੂੰ ਬੜਾ ਅਜੀਬ ਲੱਗਾ ਕਿਉਂਕਿ ਮੈਂ ਉਦੋਂ ਜਵਾਨ ਸੀ ਤਾਂ ਉੱਦਾਂ ਮੈਂ ਮੋਸਟਲੀ ਅਟੈਚ ਨਹੀਂ ਸੀ, ਮਗਰ ਉਹ ਐਟਮੋਸਫੇਅਰ 'ਚ ਮੈਨੂੰ ਵੀ ਮੇਰੇ 'ਤੇ ਵੀ ਅਸਰ ਹੋਇਆ। ਪਹਿਲੀ ਵਾਰੀ ਮੇਰੇ 'ਤੇ ਅਸਰ ਹੋਇਆ ਕਿਉਂਕਿ ਮੈਂ ਕਦੇ ਵੀ ਉਸ ਤਰ੍ਹਾਂ ਦਾ ਧਾਰਮਿਕ ਬੰਦਾ ਨਹੀਂ ਸੀ ਜਾਂ ਮੈਂ ਜੁੜਿਆ ਨਹੀਂ ਸੀ ਕਿਸੇ ਵੀ ਧਰਮ ਨਾਲ। ਅਤੇ ਪਹਿਲੀ ਵਾਰੀ ਮੈਨੂੰ ਲੱਗਾ ਕਿ ਧਰਮ ਦੀ ਜਿਹੜੀ ਜਗ੍ਹਾ ਹੁੰਦੀ ਹੈ ਜਾਂ ਕੋਈ ਧਰਮ ਸਥਾਨ ਹੁੰਦਾ ਹੈ, ਉਹਦੀ ਬਹੁਤ ਸੈਂਕਟਿਟੀ ਹੁੰਦੀ ਹੈ ਔਰ ਬਹੁਤ ਲੋਕ ਜੁੜੇ ਹੁੰਦੇ ਹੈ ਅਤੇ ਉਹਨਾਂ ਦਾ ਜਿਹੜਾ ਫੇਥ। ਅਤੇ ਉਹ ਫਸਟ ਐਕਸਪੀਰੀਅੰਸ ਸੀ ਕਿ ਜਦੋਂ ਕਿਸੇ ਦਾ ਫੇਥ ਟੁੱਟਦਾ ਹੈ ਤਾਂ ਕਿੰਨਾ ਜ਼ਿਆਦਾ ਦੁੱਖ ਹੁੰਦਾ ਔਰ ਬੰਦੇ ਬ੍ਰੇਕਡਾਊਨ ਹੁੰਦੇ ਐਜ਼ ਇਫ ਉਹਨਾਂ ਦਾ ਨੀਅਰ ਐਂਡ ਡੀਅਰ ਹੀ ਮਰ ਗਿਆ ਹੈਗਾ। ਬਿਲਕੁਲ ਉਹੋ ਜਿਹੀ ਫੀਲਿੰਗ ਹੋ ਰਹੀ ਸੀ ਉੱਥੇ। ਜੂਨ ਲਾਈਫ ਵਿੱਚ ਫੀਲਿੰਗ ਤਾਂ ਆ ਗਈ ਕਿ ਪਹਿਲੀ ਵਾਰੀ ਇੱਕ ਜਿਹੜੀ ਸੀ ਐਕਟੀਵਿਟੀ ਪਹਿਲਾਂ ਤਾਂ ਸੀ ਆਈ ਵਾਜ਼ ਮੋਰ ਆਫ in common causes in terms of the communist point of view or the revolution of the communist kind. After this we at least ਇੰਨਾ ਆਇਆ ਕਿ ਲੱਗਿਆ ਕਿ ਜਿਹੜੀ ਰਿਬੇਲੀਅਨ ਪੈਦਾ ਹੁੰਦੀ ਹੈ, ਜਿਹਦਾ ਸਰੋਤ ਧਰਮ ਦੇ ਵਿੱਚ ਹੁੰਦਾ ਹੈ, ਉਹ ਕਿਤੇ ਜ਼ਿਆਦਾ ਨੋਬਲ ਹੈ ਤੇ ਕਿਤੇ ਜ਼ਿਆਦਾ ਰੈਜ਼ੀਲੀਐਂਟ ਹੈ ਤੇ ਕਿਤੇ ਜ਼ਿਆਦਾ ਐਨਰਜੀ ਡਰਿਵਨ ਹੈ ਐਂਡ ਇੰਸਪੀਰੇਸ਼ਨਲ ਹੈ। ਟੂ ਦੈਟ ਐਕਸਟੈਂਟ ਉਸ ਤੋਂ ਮੈਂ ਬਹੁਤ ਲੜਕਿਆਂ ਨੂੰ ਮਿਲਿਆ ਜਿਨ੍ਹਾਂ ਨੇ ਬੰਦੂਕਾਂ ਚੁੱਕ ਲਈਆਂ ਸੀ ਆਫਟਰ 84, ਅਤੇ ਉਹਨਾਂ ਦੀ ਨਾਲ ਮਿਲ ਕੇ ਵੀ ਇਹੀ ਲੱਗਾ ਕਿ ਕਿਸੇ ਵੀ ਕਮਿਊਨਿਟੀ ਦੇ ਜਾਂ ਕਿਸੇ ਦੇਸ਼ ਦੇ ਜਾਂ ਕਿਸੇ ਵੀ ਜਿੱਥੇ ਬਹੁਤ ਜ਼ਿਆਦਾ ਦਿਲ ਨਾਲ ਜੁੜਿਆ ਹੋਵੇ, ਸਪੈਸ਼ਲੀ ਧਰਮ ਸਥਾਨ, ਉਹ ਵਾਕਿਆ ਹੀ ਜਵਾਲਾਮੁਖੀ ਵਰਗੇ ਹੁੰਦੇ ਨੇ। ਤਾਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਸਰਕਾਰ ਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ, ਇਹਨਾਂ ਸਥਾਨ 'ਤੇ ਕਿਵੇਂ ਤੁਸੀਂ ਕਤਲੇਆਮ ਕਰਨਾ। ਅਤੇ ਉਹ ਬਹੁਤ ਵੱਡਾ ਘਾਵ ਦਿਲ ਨੂੰ ਚੋਟ ਪਹੁੰਚਾਉਂਦਾ ਹੈ। ਉਸ ਵੇਲੇ ਮੈਂ ਚੰਡੀਗੜ੍ਹ ਸੀ। ਮੈਂ ਐਕਚੁਅਲੀ ਉਦੋਂ ਕਾਲਜ ਦੇ ਵਿੱਚ ਪੜ੍ਹਾ ਰਿਹਾ ਸੀ, ਅਤੇ ਜਦੋਂ ਖਬਰ ਆਈ ਨਾ ਕਿ ਮਿਸਿਸ ਗਾਂਧੀ ਮੈਨੂੰ ਮਾਰ ਦਿੱਤਾ ਗਿਆ ਕਿਉਂਕਿ ਸਾਰੇ ਬੱਚੇ ਬਾਹਰ ਆ ਗਏ, ਅਸੀਂ ਵੀ ਕੋਰੀਡੋਰ ਵਿੱਚ ਆ ਗਏ। ਹਾਲਾਂਕਿ ਮੈਂ ਯੰਗ ਟੀਚਰ ਹੀ ਸੀ, ਅਤੇ ਹਾਲਾਂਕਿ ਮੈਂ ਤਾਂ ਇੰਨਾ ਐਕਸਪ੍ਰੈਸ ਨਹੀਂ ਕੀਤਾ ਖੁਸ਼ੀ, ਬਟ ਖੁਸ਼ੀ ਜ਼ਰੂਰ ਹੋਈ।
ਤੇ ਜਿਹੜੇ ਬੱਚੇ ਸੀ ਮੋਸਟਲੀ ਮੈਨੀ ਪੰਜਾਬੀ, ਉਹ ਤਾਂ ਭੰਗੜਾ ਹੀ ਪਾਉਣ ਲੱਗ ਪਏ, ਨੱਚਣ ਲੱਗ ਪਏ। ਕਾਰਡਾਂ ਵਿੱਚ ਇੱਕ ਰੌਲਾ ਜਿਹਾ ਪੈ ਗਿਆ, ਪੂਰੇ ਸਾਰੇ ਕਲਾਸਾਂ ਬੰਦ ਹੋ ਗਈਆਂ। ਜਿਹੜੇ ਦੂਸਰੇ ਕਮਿਊਨਿਟੀ ਦੇ ਲੋਕ ਮੀਨਸ ਉਹਨਾਂ ਨੇ ਉਹ ਸਬਡਿਊਟ ਸੀ, ਉਹਨਾਂ ਨੇ ਕੁਛ ਕਿਹਾ ਤਾਂ ਨਹੀਂ, ਰੋਕਿਆ ਵੀ ਨਹੀਂ। they did not express anything, but certainly ਜਿਹੜੇ Sikh boys and girls are very jubilant and very happy and virtually jumping and hoping that she ਕਿ ਮਰੀ ਗਈ ਹੋਵੇ ਤਾਂ ਚੰਗਾ ਹੈ। तो उस तरह की फीलिंग सी। एंड वैन इट वॉज कन्फर्म्ड उदों एक्चुअली एज अ कम्यूनिटी तो बड़ी खुशी हुई सी, मगर उसके नाल फिर खबरां मिलनियां शुरू हो गई सी कि सिखां नूं जिथे भी मिलते हैं लोगों ने मारना शुरू करता है। तो दैट सबड्यूड द सैलीब्रेशन। नहीं, साडे परिवार दे विचों, लार्जर परिवार विचों भी कोई डायरैक्टली इफेक्ट नहीं होया, ना वायलेंस ना ते सबसीक्वेंटली भी कोई नहीं होया। लाइक मेरी सिस्टर उस वे दिल्ली सी, सानू ਉਹਦਾ कंसर्न ਸੀ। ਉਹਨਾਂ ਨੇ ਆਪਣੇ ਸਾਹਮਣੇ ਦੇਖਿਆ, ਕਿਉਂਕਿ ਉਹ ਇੰਦਰਪੁਰੀ 'ਚ ਰਹਿੰਦੇ ਸੀ। ਇੰਦਰਪੁਰੀ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਚੌਕ ਦੀ ਉਹ ਜਿਹੜੀ ਚੁਗੀ ਚੌਕ ਦੇ ਲੋਕੀ ਸਾਰੇ ਆ ਗਏ। ਉਹਨਾਂ ਨੇ ਕਈ ਘਰ ਸਰਾਊਂਡ ਕਰ ਲਿਆ, ਜਿਹੜਾ ਉਹਨਾਂ ਨੂੰ ਪਤਾ ਸੀ, ਕਿਉਂਕਿ ਸਿਸਟਰ ਦੇ ਹਸਬੈਂਡ ਦਾ ਕਿਸੇ ਨੂੰ ਪਤਾ ਨਹੀਂ ਸੀ, ਕਿਉਂਕਿ ਉਹ ਉਹਨਾਂ ਦੇ ਵਾਲ ਕੱਟੇ ਹੋਏ ਆ ਤੇ ਸ਼ੇਵ ਕਰਦੇ ਨੇ ਤੇ प्लस किराएदार तो सी। पर जेड़े घर ओनर से सिखां दे उत्थे तक क्राउड ने प्रैक्टिकली एको ही परिवार बचा जिन्हां कोल बंदूक सी और सारा दिन गोलियां चलाते रहे एक एक करके। पर शाम तक वो परिवार दी भी गोलियां खत्म हो गया, उन्होंने भी जला के मार दिता सी। दैट शी सॉ इट हरसेल्फ एंड दैट इज़ अ डायरैक्ट उन्हां दी एक्सपीरियंस सी सानू। तो उस तो बाद तक लाइव इशू है 84 दे साडे फादर दे तो बहुत ही चेंज आया। वो तो उस तो बाद प्रैक्टिकली 84 कभी भुलण नहीं देंगे और ना ही कहते कि भुलना चाहिए। तो तो पब्लिकली भी 84 तो बाद ही बिकेम वर्चुअली अ कंपेनर फॉर द सिख कॉजेज, क्योंकि उस तो पहला उन्होंने कभी पब्लिक लाइफ सिख कॉज में एज सच कॉज नहीं लिया। ही वॉज ऑल्सो मोर ऑफ अ काइंड ऑफ सेकुलर प्रोटेस्टर इन द कम्युनिस्ट मोल्ड। But after that he became more like a Sikh agitator, and he was very clear that as a community you got to organize and protest and help yourself, क्योंकि हुन कोई होर तो help करेगा नहीं सी। एक तो नहीं इस तरह नहीं सी, मगर जिस तरह राम नारायण कुमार दा ब्रदर ही लॉस्ट हिज मेंटल बैलेंस वैन ही जो उन्होंने दसिया कि मेरा ब्रदर ही उस पहला कैंप चलाता सी सिख विक्टिम्स फैमिलीज़ ਲਈ, एंड उस तो बाद ही लॉस्ट हिज मेंटल बैलेंस एंड डाइड आफ्टर मैनी ईयर्स। सो दैट इज़ दैन माई अनदर फ्रेंड जगदीश, उन्हें देखा ही वो भी दिल्ली सी अपने फादर नाल, तो उन्हें एक्चुअली सड़ते देखे, टायर पा के जलाते देखे क्राउड्स। हरियाणा के वायलेंस उन्हें देखी सी। ये थोड़े डायरैक्ट एक्सपीरियंस सी मेरे, क्योंकि डायरैक्टली मैं कुछ नहीं देखा तो मैंने नाइट मेयर्स वगैरह था यहो जिहा कोई एक्सपीरियंस नहीं। और मैंने तो लंबी चेन लगती है विच स्टार्टेड रादर आज़ादी तो पहला दी, क्योंकि एज अ वेरी strong, militant, articulate and a vocal community in a sea of a different culture, sooner or later कभी भी टारगेट तो होना ही सी, क्योंकि you look different, you see differently, you ਤੇ ਉਹ ਚੀਜ਼ ਤੁਹਾਨੂੰ ਉਦੋਂ ਹੀ ਪਤਾ ਲੱਗ ਗਈ ਸੀ ਜਦੋਂ ਲੈਂਗੁਏਜ ਬੇਸ ਤੇ ਬਾਕੀ ਸਾਰੇ ਲਿੰਗੁਇਸਟਿਕ ਬੇਸ ਤੇ ਇੰਡੀਆ ਦਾ ਰੀਆਰਗਨਾਈਜੇਸ਼ਨ ਹੋ ਰਿਹਾ ਸੀ। तो उस वेले सब तो पहला सिखां नूं ये राइट डिनाई किया सी, पंजाबी स्पीकिंग एरियाज़ में राइट डिनाई किया सी। कितनी लंबी पीसफुल एजिटेशन उस काम लई जेड़ा कि ऑलमोस्ट बाकी सारे लोगों नूं दे दिता सी। इमीडिएटली इंडिया वाज रीऑर्गनाइज्ड ऑन लैंग्वेज बेसिस, तमिलनाडु मलयालम गुजरात सारे बन गए सी, मगर समहाउ पंजाबी बेस स्टेट ते इन्ना मुश्किल होया। नेहरू मर गया बट ही डिड नॉट गिव इट। कितनी बारी हंगर स्ट्राइक्स हुई, डिमॉन्स्ट्रेशन हुई,
ਐਂਡ ਜਦੋਂ ਫਿਰ ਆਫਟਰ 65 ਵਾਰ ਜਦੋਂ ਮਿਸਿਸ ਗਾਂਧੀ ਅਨਸਟੇਬਲ ਸੀ ਐਂਡ 65 ਵਾਰ ਵਿੱਚ ਇੰਨੀ ਜ਼ਿਆਦਾ ਵੇਲੈਂਟਲੀ ਸਿੱਖਾਂ ਨੇ ਲੜਿਆ ਔਰ ਸਿੱਖ ਆਰਮੀ ਨੇ ਲੜਿਆ ਔਰ ਸਿੱਖ ਸਿਵਲੀਅਨ ਲੋਕਾਂ ਨੇ ਲੜਿਆ, ਉਦੋਂ ਇੱਕ ਗੁੱਡਵਿਲ ਪੈਦਾ ਹੋਇਆ ਐਂਡ ਉਹਨਾਂ ਨੂੰ ਉਸ ਵੇਲੇ ਸਾਨੂੰ ਮਿਲਿਆ ਸੀ ਪੰਜਾਬੀ ਸੂਬਾ। ਐਂਡ ਉਹ ਵੀ ਕਿਸ ਤਰੀਕੇ ਨਾਲ ਮਿਲਿਆ ਕਿ ਚੰਡੀਗੜ੍ਹ ਦੇ ਅੱਗੇ ਕੋਈ ਇਸ਼ੂ ਕਦੇ ਰਿਜ਼ੋਲਵ ਹੀ ਨਹੀਂ ਹੋਇਆ। ਅਤੇ ਉਸ ਤੋਂ ਐਜ਼ ਅ ਚਾਈਲਡ ਮੈਂ ਆਪਣੇ ਗ੍ਰੈਂਡਫਾਦਰ ਨਾਲ ਡੈਮੋਨਸਟ੍ਰੇਸ਼ਨ ਕਰਦਾ ਰਿਹਾ ਕਿ ਚੰਡੀਗੜ੍ਹ ਪੰਜਾਬ ਹੈ, ਖਿਲਿਆ ਫੁੱਲ ਗੁਲਾਬ ਦਾ। ਆਈ ਰਿਮੈਂਬਰ ਕਿ ਇੰਨੇ ਮੈਸਿਵ ਪੀਸਫੁਲ ਪ੍ਰੋਟੈਸਟ ਹੋਏ ਸੀ 70 ਦੇ ਵਿੱਚ, 71, 72, 73। ਚੰਡੀਗੜ੍ਹ ਵਾਜ਼ ਆਲਵੇਜ਼ ਐਨ ਇਸ਼ੂ ਔਰ ਸਿੱਖ ਇਸ਼ੂ ਐਂਡ ਫਿਰ ਵੀ ਕਿਸੇ ਨੇ ਬੋਦਰ ਹੀ ਨਹੀਂ ਕੀਤਾ। ਐਂਡ ਜੋ ਉਸ ਤੋਂ ਬਾਅਦ ਵਾਇਲੈਂਸ ਆ ਗਈ ਤਾਂ ਮੈਨੂੰ ਤਾਂ ਐਸਾ ਕੋਈ ਸਰਪ੍ਰਾਈਜ਼ ਨਹੀਂ ਲੱਗਦਾ ਕਿ ਹਾਊ ਲੌਂਗ ਯੂ ਵਿਲ, ਕਿੰਨੀ ਦੇਰ ਤੱਕ ਤੁਸੀਂ ਪੀਸਫੁਲ ਪ੍ਰੋਟੈਸਟ ਕਰਦੇ ਰਹੋਗੇ ਐਂਡ ਤੁਸੀਂ ਇੰਨੀ ਲਾਰਜ ਕਮਿਊਨਿਟੀ ਵਿੱਚ ਕੈਨਮਿਟੀ ਐਂਡ ਐਂਗਰ ਐਂਡ a sense of hurt ਪੈਦਾ ਕਰੀ ਜਾਓਗੇ ਤਾਂ ਹੁਣ ਕਿਸੇ ਪੁਆਇੰਟ 'ਤੇ ਤਾਂ ਫਿਰ ਇਟ ਵਿਲ ਐਕਸਪਲੋਡ ਐਂਡ ਇਟ ਡਿਡ ਐਕਸਪਲੋਡਡ। 84 ਦੇ ਵਿੱਚ ਤਾਂ ਸਭ ਤੋਂ ਵੱਡੀ ਚੇਂਜ ਤਾਂ ਇਹੀ ਸੀ ਕਿ ਜਿਹੜੇ ਦੋਸਤਾਂ ਨੇ ਬਾਲ ਕੱਟੇ ਹੋਏ ਸੀ ਉਹਨਾਂ ਨੇ ਬਾਲ ਰੱਖ ਲਏ। ਜਿਹੜੇ ਬੰਦਿਆਂ ਨੂੰ ਅਸੀਂ ਕਦੇ ਸਮਝਦੇ ਨਹੀਂ ਸੀ ਕਿ ਧਾਰਮਿਕ ਹੈ ਜਾਂ ਦੇ ਆਰ ਕੋਈ, ਕਿਉਂਕਿ ਮੈਂ ਆਪਣੇ ਆਪ ਨੂੰ ਵੀ ਧਾਰਮਿਕ ਨਹੀਂ ਸੀ ਮੰਨਦਾ ਔਰ ਮੈਂ ਆਪਣੇ ਆਪ ਨੂੰ ਕੋਈ ਇਹੋ ਜਿਹੀ ਆਇਡੈਂਟੀਟੀ ਵੀ ਨਹੀਂ ਸੀ ਕਿ ਜਾਂ ਸਿੱਖ ਹੈ ਜਾਂ ਹਿੰਦੂ ਹੈ। ਉਹ ਆਇਡੈਂਟੀਟੀ ਕਦੇ ਵੀ ਨਹੀਂ ਸੀ ਮੇਰੀ, ਮੈਨੂੰ ਆਪਣੇ ਫੀਲਿੰਗ ਟਿਲ 84 ਕਿ ਆਈ ਐਮ ਅ ਸਿੱਖ। ਨਾ ਹੀ ਫੈਮਿਲੀ ਨੇ ਕਦੀ ਸਟਰੈਂਥਨ ਕੀਤੀ ਸੀ। ਮਗਰ ਉਸ ਤੋਂ ਬਾਅਦ ਹੁਣ ਮੈਨੂੰ ਕੋਈ ਡਾਊਟ ਨਹੀਂ ਹੈ ਕਿ ਆਈ ਐਮ ਅ ਸਿੱਖ, ਈਵਨ ਦੋ ਆਈ ਐਮ ਨਾਟ ਸਟਿਲ ਸਪੋਰਟਿੰਗ ਦਾ ਐਕਸਟਰਨਲ form of a Sikh। See, 1984 ਤੋਂ ਬਾਅਦ ਸਭ ਤੋਂ ਵੱਡਾ ਚੇਂਜ ਇਹ ਹੋਇਆ ਕਿ ਇਹ ਫੀਲਿੰਗ ਡੀਪ ਹੋ ਗਈ ਵਿਦ ਇਨ ਦਾ ਹਾਰਟ ਕਿ ਯੂ ਆਰ ਅ ਸਿੱਖ ਐਂਡ ਈਵਨ ਇਫ ਤੁਸੀਂ ਆਪਣੇ ਨੂੰ ਸਿੱਖ ਨਹੀਂ ਸਮਝੋ, ਸਾਰਾ ਹਿੰਦੁਸਤਾਨ ਤੁਹਾਨੂੰ ਸਿੱਖ ਸਮਝਦਾ ਐਂਡ ਉਸ ਲਈ ਤੁਸੀਂ ਵਨਰੇਬਲ ਹੋ। ਹੁਣ ਮੇਰੀ ਫੈਮਿਲੀ ਨੇ ਮੈਨੂੰ ਕਦੀ ਬ੍ਰੌਟ ਅਪ ਐਜ਼ ਅ ਸਿੱਖ ਨਹੀਂ ਕੀਤਾ, ਹਾਲਾਂਕਿ ਮੈਂ ਆਪਣੀ ਮਰਜ਼ੀ ਨਾਲ 8 ਸਾਲ ਪਗੜੀ ਬੰਨੀ, ਫਿਰ ਮੈਂ ਕਟਾਤੇ ਬਾਲ ਕਟਾਤੇ। ਮੈਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਸੀ ਕਿ ਮੈਂ ਸਿੱਖ ਹੈ ਜਾਂ ਹਿੰਦੂ ਹੈ ਜਾਂ ਮੁਸਲਿਮ ਹੈ। 84 ਵਿੱਚ ਪਹਿਲੀ ਵਾਰੀ ਨਾਟ ਓਨਲੀ ਫੀਲਿੰਗ ਆਈ ਕਿ ਯੂ ਆਰ ਅ ਸਿੱਖ, ਹਾਲਾਂਕਿ ਮੈਂ ਹਲੇ ਵੀ ਸਿੱਖ ਵਰਗੇ ਕੱਪੜੇ ਨਹੀਂ ਪਾਉਂਦਾ, ਮੈਂ ਬਾਲ ਨਹੀਂ ਰੱਖੇ, ਮੈਂ ਟਰਬਨ ਨਹੀਂ ਪਾਉਂਦਾ, ਬਟ ਹੁਣ ਇਹਦੇ 'ਚ ਇਹ ਡਾਊਟ ਨਹੀਂ ਹੈ ਮੇਰੇ ਅੰਦਰ ਕਿ ਆਈ ਐਮ ਅ ਸਿੱਖ, ਕਿਉਂਕਿ ਆਈ ਐਮ ਹਰਟ ਲਾਈਕ ਅ ਸਿੱਖ। ਮੈਨੂੰ ਹੁਣ ਜਿਹੜੀ ਕਲੈਕਟਿਵ ਸੈਡਨੈਸ ਕਮਿਊਨਿਟੀ ਵਿੱਚ 84 ਤੋਂ ਬਾਅਦ ਆਈ ਹੈ ਕਿ ਜਿਹੜੀ ਕਮਿਊਨਿਟੀ ਕਦੀ ਪਰਵਾਹ ਨਹੀਂ ਸੀ ਕਰਦੀ, ਬੇਪਰਵਾਹ ਕਹਿੰਦੇ ਸੀ ਸਿੱਖ, ਹਿੰਦੁਸਤਾਨ ਵਿੱਚ ਤੁਰੇ ਫਿਰਦੇ ਸੀ ਬੇਪਰਵਾਹ, ਗੱਡੀ 'ਚ ਹੁੰਦੇ ਸੀ ਤਾਂ ਗੱਡੀ 'ਚ ਦੇ ਯੂਜ਼ ਟੂ ਇੰਪੋਜ਼ ਡਿਸਿਪਲਿਨ ਕਿ ਕਿਸੇ ਸੀਟ ਮੰਨ ਲੈਂਦਾ ਸੀ ਤਾਂ ਕਿ ਸੀਟ ਖਾਲੀ ਕਰੋ, ਕਿਸੇ ਔਰਤ ਨੂੰ ਛੇੜਦਾ ਸੀ ਤਾਂ ਰੋਕ ਲੈਂਦੇ ਸੀ। ਉਹ ਫੀਲਿੰਗ ਦੈਟ ਯੂ ਆਰ ਦਾ ਕੌਂਕਰਰ ਆਫ ਦਾ ਲੈਂਡ, ਤੁਸੀਂ ਇਹਨੂੰ ਪ੍ਰੋਟੈਕਟ ਕਰਨਾ ਹੈ, ਤੁਸੀਂ ਡਿਸਿਪਲਿਨ ਇੰਪੋਜ਼ ਕਰਨਾ ਹੈ, ਯੂ ਵਿਲ ਪ੍ਰੋਟੈਕਟ ਹਰ ਵੀਕ ਨੂੰ ਕੋਈ ਵੀ ਹੋਵੇ, ਉਹ ਜਿਹੜੀ ਫੀਲਿੰਗ ਆਫ ਲਾਈਟਨੈਸ ਸੀ ਕਮਿਊਨਿਟੀ ਉਹ ਤਾਂ ਖਤਮ ਹੀ ਹੋ ਗਈ। ਐਂਡ ਹਰ ਇੰਡੀਵਿਜੂਅਲ ਨੂੰ, ਮੈਨੂੰ ਵੀ ਇਫੈਕਟ ਕੀਤਾ ਕਿ ਤੁਸੀਂ ਹੁਣ ਫੀਅਰਫੁਲ ਹੋ ਗਏ, ਤੁਸੀਂ ਕੇਅਰਫੁਲ ਹੋ ਗਏ, ਤੁਸੀਂ ਉਸ ਤਰ੍ਹਾਂ ਨਾਲ ਤੁਸੀਂ ਯੂ ਡੋਂਟ ਵਿਊ ਇਟ। ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਰੇ ਫਿਰਦੇ ਹੋ, ਤੁਸੀਂ ਨਿਊਜ਼ ਸੁਣਦੇ ਹੋ ਪਹਿਲੀ ਵਾਰੀ ਕਿ ਜੇ ਕੁਛ ਹੋਇਆ ਤਾਂ ਵੀ ਵਿਲ ਬੀ ਟਾਰਗੇਟਡ। ਤਾਂ ਸਾਰੀਆਂ ਗੱਲਾਂ ਨਾਲ ਇੱਕ ਜਿਹੜੀ ਲਾਈਟ ਹਾਰਟਡ ਕਮਿਊਨਿਟੀ ਐਕਚੁਅਲੀ ਲਿਵਸ ਇਨ ਅ ਏਅਰ ਆਫ ਹੈਵੀਨੈਸ, ਅਤੇ ਉਹ ਬੜਾ ਵੱਡਾ ਇਰੈਪਰੇਬਲ ਲਾਸ ਹੈ ਟੂ ਅ ਹੋਲ ਕਮਿਊਨਿਟੀ ਕਿ ਇੱਕ ਸਿੰਗਲ ਇੰਸਟੈਂਸ ਪੂਰੀ ਕਲੈਕਟਿਵ ਸਾਈਕ ਆਫ ਦਾ ਸਿੱਖਸ ਵਰਲਡ ਵਾਈਡ ਬਦਲ ਦੇ। ਐਂਡ ਇਹ ਚੰਗੀ ਗੱਲ ਵੀ ਹੈ ਕਿ ਐਜ਼ ਅ ਕਮਿਊਨਿਟੀ ਤੁਸੀਂ ਸਟਰੈਂਥਨ ਹੋ ਗਏ, ਤੁਹਾਡੀ ਆਇਡੈਂਟੀਟੀ ਕਲੈਕਟਿਵ ਹੋ ਗਈ, ਤੁਹਾਡੀ ਇੰਨੀਆਂ ਜਨਰੇਸ਼ਨ ਨੇ ਉਹ ਆਇਡੈਂਟੀਟੀ ਅਡੋਪਟ ਕਰ ਲਈ ਜਿਹੜੀ ਵਿਚ ਵਾਜ਼ ਗੋਇੰਗ ਅਵੇ। ਮਗਰ ਜਿਹੜੀ ਹੱਸਣ ਦੀ, ਨੱਚਣ ਦੀ, ਲਾਈਟ ਹਾਰਟedness ਦੀ ਫੀਲਿੰਗ ਹੈ ਉਹ ਵੀ ਐਜ਼ ਅ ਕਮਿਊਨਿਟੀ ਵੀ ਹੈਵ ਲੋਸਟ ਐਂਡ ਆਈ ਹੋਪ ਇਟ ਵਿਲ ਕਮ ਬੈਕ। ਦਾ ਟਰੂ ਤਾਂ ਉਹੀ ਹੋਏਗਾ ਕਿ ਯੂ ਵਿਲ ਬੀ ਅ ਟਰੂ ਸਿੱਖ, ਵਿਲ ਬੀ ਅ ਕੇਅਰ ਫ੍ਰੀ ਡਾਂਸਿੰਗ ਸਿੱਖ, fearless Sikh, and that's what I'm hoping. Magar when we go back, the memory never goes back. It never बहुत सुना माचिस से जो 2 लाइन है ना कि वो ऐसे पल हैं, मतलब कि लाख बुलाता हूँ
मिटते नहीं हैं। तो वो वाकई वो पल लाख कोशिश करते हो तुम, पर जाते नहीं हैं। एंड इट इज़ इन द कलेक्टिवनेस, वेयर एवर यू आर गैदर, वेयर यू आर टुगेदर, ultimately the political discussion reverts back to 1984 and what to do and how to do and where to go. Thank you.